ਕਈ ਦਿਨ ਤੋਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਦੇ ਨਾਲ ਦਲਜੀਤ ਦੋਸਾਂਝ ਨੂੰ ਲੈ ਕੇ ਤੇ ਜੇਜੀਬੀ ਨੂੰ ਲੈ ਕੇ ਰਵਨੀਤ ਬਿੱਟੂ ਨੇ ਸਾਫ਼ ਤੌਰ ਤੇ ਵਿਰੋਧ ਕਰਿਆ ਕਿ ਜਿਹੜੇ ਗਾਣੇ ਗਾ ਰਹੇ ਨੇ ਉਹ ਸਹੀ ਨਹੀਂ। ਦਲਜੀਤ ਦੋਸਾਂਝ ਅੱਗੇ ਵੀ ਆਏ, ਅੱਗੇ ਉਹਨਾਂ ਨੇ ਜਵਾਬ ਵੀ ਦਿੱਤਾ ਕਿ ਜਿਹੜਾ ਮੈਂ ਗਾਣਾ ਗਾਇਆ ਗਲਤ ਨਹੀਂ, ਸੈਂਸਰ ਬੋਰਡ ਉਹਨੂੰ ਪਹਿਲਾਂ ਪਾਸ ਕਰ ਚੁੱਕਿਆ, ਫਿਲਮ 'ਚ ਚੱਲ ਚੁੱਕਿਆ। ਪਰ ਰਵਨੀਤ ਬਿੱਟੂ ਨੇ ਹੁਣ ਇੱਕ ਗੱਲ ਹੋਰ ਕਹੀ ਕਿ ਯੂਥ ਕਾਂਗਰਸ ਹੈ ਜਿਹੜੀ ਇਹਨੇ ਇਹ ਪੂਰੇ ਮਾਮਲੇ ਨੂੰ ਲੈ ਕੇ ਪਰਚੇ ਦਰਜ ਕਰਾਵੇ। ਸਾਡੇ ਨਾਲ ਵਰਿੰਦਰ ਢਿੱਲੋਂ ਹੈਗੇ ਨੇ ਕਿ ਆਖਿਰਕਾਰ ਹੁਣ ਯੂਥ ਕਾਂਗਰਸ ਦਾ ਸਟੈਂਡ ਕੀ ਹੈ, ਅੱਗੇ ਚੱਲੂ ਕਿਸ ਤਰ੍ਹਾਂ ਦੇ ਨਾਲ ਇਹ ਪੂਰੇ ਵਿਵਾਦ ਨੂੰ ਦੇਖਦੇ ਨੇ। ਢਿੱਲੋਂ ਸਾਹਿਬ, ਦੇਖਿਆ ਜਾਵੇ ਰਵਨੀਤ ਬਿੱਟੂ ਨੇ ਸਾਫ਼ ਤੌਰ ਤੇ ਖਾਲਿਸਤਾਨ ਦਾ ਲਗਾਤਾਰ ਵਿਰੋਧ ਕੀਤਾ ਤੇ ਹੁਣ ਵੀ ਕਰ ਰਹੇ ਨੇ। ਉਹ ਕਹਿੰਦੇ ਵੀ ਇਹ ਗਾਣਿਆਂ ਦੇ ਨਾਲ ਭੜਕਾਊ ਸਿਸਟਮ ਇੱਕ ਪੈਦਾ ਹੁੰਦਾ, ਇੱਕ ਲਹਿਰ ਨੂੰ ਜਿਹੜਾ ਕਿ ਬਲ ਮਿਲਦਾ ਤੇ ਤੁਹਾਨੂੰ ਪਰਚਿਆਂ ਵਾਸਤੇ ਕਿਹਾ। ਹੁਣ ਤੁਸੀਂ ਕਰਾਉਣ ਜਾ ਰਹੇ ਹੋ? ਫਿਰ ਅਸੀਂ ਵੀ ਖਾਲਿਸਤਾਨ ਦੇ ਬਿਲਕੁਲ ਉਲਟਾ, ਅਸੀਂ ਵੀ ਖਾਲਿਸਤਾਨ ਦੀ ਕਿਤੇ ਵੀ ਸੋਚ ਨਾਲ ਸਹਿਮਤ ਨਹੀਂ ਰਹਿੰਦੇ। ਔਰ MP ਸਾਹਿਬ ਸਾਡੇ ਬੜੇ ਸਤਿਕਾਰਯੋਗ ਆ, MP ਸਾਹਿਬ ਦਾ ਅਸੀਂ ਬੜੀ ਇੱਜ਼ਤ। ਲੇਕਿਨ ਜਿਹੜੀ ਆਹ ਗੱਲ ਕਰ ਰਹੇ ਆ ਪਰਚਿਆਂ ਦੀ, ਅਸੀਂ ਪਰਚਿਆਂ ਦੀ ਰਾਜਨੀਤੀ 'ਚ ਨਹੀਂ ਪੈਣਾ ਚਾਹੁੰਦੇ। ਇਹ ਜਿਹੜਾ ਸੈਂਟੀਮੈਂਟ ਆ ਇਹਨੂੰ ਚੇਂਜ ਕਰਨ ਦੀ ਲੋੜ ਆ, ਇਹਨੂੰ ਦਬਾਉਣ ਦੀ ਲੋੜ ਨਹੀਂ ਆ। ਦਬਿਆਂ ਇਹ ਸੈਂਟੀਮੈਂਟ ਖਤਮ ਨਹੀਂ ਹੋਣਾ ਜਦ ਤੱਕ ਅਸੀਂ ਇਹਨੂੰ ਬਦਲ ਨਹੀਂ ਸਕਾਂਗੇ, ਉਦੋਂ ਤੱਕ ਇਸ ਚੀਜ਼ ਦੇ। ਔਰ ਇਹਦੇ ਵਾਸਤੇ ਮੇਰੇ ਹਿਸਾਬ ਨਾਲ ਪਰਚਿਆਂ ਦੇ ਰਾਹੀਂ ਅਗਰ ਇਹ ਬਦਲਿਆ ਜਾਂਦਾ ਤਾਂ ਫਿਰ ਤਾਂ ਕਦ ਦਾ ਬਦਲਿਆ ਜਾਂਦਾ। ਅਗਰ ਇਹਨੂੰ ਬਦਲਣਾ ਚਾਹੁੰਦੇ ਆ ਅਸੀਂ ਇੰਟੈਲੈਕਚੁਅਲਸ ਨੂੰ, ਆਈਡੀਓਲੌਗਸ ਨੂੰ, ਅਸੀਂ ਸੂਝਵਾਨ ਲੋਕਾਂ ਨੂੰ ਔਰ ਰਵਨੀਤ ਬਿੱਟੂ ਵਰਗੇ ਇਨਸਾਨਾਂ ਨੂੰ ਜਿਨ੍ਹਾਂ ਦੇ ਪਰਿਵਾਰਾਂ ਨੇ ਇਹਦਾ ਖਮਿਆਜਾ ਭੁਗਤਿਆ, ਉਹਨਾਂ ਨੂੰ ਨੌਜਵਾਨਾਂ ਨਾਲ ਆਮਣੇ ਸਾਹਮਣੇ ਕਰਾਂਗੇ। ਔਰ ਇਸ ਚੀਜ਼ ਦੇ ਉੱਤੇ ਵਿਚਾਰ ਚਰਚਾ ਹੋਣੀ ਚਾਹੀਦੀ, ਇਸ ਚੀਜ਼ ਦੇ ਉੱਤੇ ਗੱਲਾਂ ਹੋਣੀਆਂ ਚਾਹੀਦੀਆਂ, ਤਾਂ ਜਾ ਕੇ ਇਹ ਸੈਂਟੀਮੈਂਟ ਬਦਲਿਆ ਜਾਊਗਾ। ਪਰਚਿਆਂ ਦੀ ਰਾਜਨੀਤੀ ਨਾਲ ਇੱਕ ਤਰ੍ਹਾਂ ਤੋਂ ਐਂ ਆ ਜਾਂਦਾ, ਇੱਕ ਦਾ ਮਸਲਾ ਆ ਜਾਂਦਾ ਵੀ ਹਾਂ ਵੀ ਕੋਈ ਮਤਲਬ ਇੱਕ ਸਰਕਾਰ, ਉਹ ਸਰਕਾਰੀ ਏਜੰਸੀਆਂ ਕਰਾਉਣ, ਸਰਕਾਰਾਂ ਕਰਾਉਣ, ਹੋਰ ਕਿਸੇ ਦੇ ਪਰ ਕਿਸੇ ਆਫਿਸ ਬੇਅਰਰਸ ਨੂੰ ਮੈਂ ਵੱਲੋਂ ਮਨਾਈ ਨਹੀਂ ਹੈ। ਲੇਕਿਨ ਓਫੀਸ਼ੀਅਲੀ ਅਸੀਂ ਇਹਦੇ ਉੱਤੇ ਆਪਣਾ ਕੀ ਕਹਿੰਦੇ ਸਾਡਾ ਸਟੈਂਡ ਸਪਸ਼ਟ ਆ ਵੀ ਅਸੀਂ ਓਫੀਸ਼ੀਅਲੀ ਕੋਈ ਪਰਚੇ ਨਹੀਂ ਦਰਜ ਕਰਾਵਾਂਗੇ। ਤੁਹਾਡੇ ਜੇ ਕਹੀਏ ਕਿ ਬੜੇ ਸੀਨੀਅਰ MP ਨੇ ਤੇ ਉਹ ਦੁਖਾਂਤ ਪੂਰਾ ਉਹਨਾਂ ਨੇ ਦੇਖਿਆ ਹੋਇਆ ਖੁਦ ਨੇ, ਤੁਹਾਨੂੰ ਲੱਗਦਾ ਕਿ ਸ਼ਾਇਦ ਇਹ ਫਿਰ ਗੱਲ ਉਹਨਾਂ ਨੇ ਭਾਵੁਕ ਹੋ ਕੇ ਕਹਿਤੀ, ਗੱਲ ਨਹੀਂ ਸੋਚੀ ਕਿ ਸ਼ਾਇਦ ਅੱਗੇ ਪਾਰਟੀ ਇਹ ਗੱਲ ਮੰਨੂਗੀ ਨਾ ਮੰਨੂਗੀ? ਪ੍ਰਧਾਨ ਖੁਦ ਰਹੇ ਨੇ ਉਹ ਯੂਥ ਕਾਂਗਰਸ ਦੇ, ਉਹਨਾਂ ਨੂੰ ਵੀ ਪਤਾ ਹੋਊਗਾ ਕਿ ਯੂਥ ਕਾਂਗਰਸ ਐਜ ਏ ਯੂਥ ਕਾਂਗਰਸ ਪਲੇਟਫਾਰਮ ਇਹ ਚੀਜ਼ ਸ਼ਾਇਦ ਲਾਗੂ ਨਾ ਹੋਵੇ। ਨਹੀਂ, ਬਿਲਕੁਲ ਉਹਨਾਂ ਦੀ ਦੇਖੋ ਸੈਂਟੀਮੈਂਟ ਦੀ ਅਸੀਂ ਇੱਜ਼ਤ ਕਰਦੇ ਹਾਂ। ਉਹ ਸਾਨੂੰ ਨਾਅਰੇ ਮਾਰਨ ਨੂੰ ਕਹਿਣਗੇ, ਨਾਅਰੇ ਵੀ ਮਾਰਾਂਗੇ, ਉਹਨਾਂ ਦੀ ਗੱਲ ਵੀ ਸੁਣਾਂਗੇ। ਲੇਕਿਨ ਐਜ਼ ਮੇਰਾ ਸਾਡਾ ਇੱਕ ਪ੍ਰਿੰਸੀਪਲ ਇਸ ਚੀਜ਼ ਦੇ ਉੱਤੇ ਗੱਲ ਆ, ਅਗਰ ਅਸੀਂ ਪਰਚੇ ਹੀ ਕਰਾਉਣ ਚੱਲ ਪਏ ਸਾਰੇ, ਕਦੀ ਕਿਸੇ ਤੇ, ਕੱਲ੍ਹ ਨੂੰ ਕੋਈ ਹੋਰ ਉੱਠ ਕੇ ਕਰਾ ਦੂਗਾ। ਯੂਥ ਕਾਂਗਰਸ ਪਰਚਿਆਂ ਵਾਲੀ ਆਰਗੇਨਾਈਜੇਸ਼ਨ ਨਹੀਂ ਬਣਨਾ ਚਾਹੀਦੀ। ਹਾਂ, ਹੋਣਾ ਚਾਹੀਦਾ ਪਰਚਾ, ਅਸੀਂ ਵੀ ਕਰਾਉਣਾ ਚਾਹੁੰਦੇ ਹਾਂ। ਅਸੀਂ ਅਰਨਬ ਗੋਸਵਾਮੀ ਦੇ ਉਲਟ ਜਿਹੜੀ ਉਹ ਗੱਲ ਕਰਦਾ ਸੀ ਉਹ ਕਰਾਉਂਦੇ ਹਾਂ। ਲੇਕਿਨ ਸਿੰਗਰ ਆਰਟਿਸਟ ਇੱਕ ਫਰੀडम ਆਫ ਐਕਸਪ੍ਰੈਸ਼ਨ ਆ, ਸਪੀਚ ਆ, ਉਹ ਇੱਕ ਆਪਣੀ ਵਿਚਾਰ ਚਰਚਾ ਵਾ। ਔਰ ਜਿਵੇਂ ਦਲਜੀਤ ਦੋਸਾਂਝ ਦੀ ਗੱਲ ਕਰੀਏ, 1984 ਦੀ ਇੱਕ ਸੱਚਾਈ ਸੀਗੀ, ਜਿਹੜਾ ਕੌੜਾ ਸੱਚ ਸੀਗਾ ਉਹਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ। ਉਦੋਂ ਕਿਵੇਂ ਹੋਇਆ, ਕੀ ਕੁਝ ਹੋਇਆ, ਅੱਜ ਉਹਨੂੰ ਸੈਂਸਰ ਬੋਰਡ ਨੇ ਪਾਸ ਕੀਤਾ। ਅੱਜ ਉਸ ਪਾਸੇ ਨੂੰ ਅਸੀਂ ਚੱਲਾਂਗੇ ਤੇ ਮੇਰੇ ਹਿਸਾਬ ਨਾਲ ਉਹ ਕੋਈ ਦਿਸ਼ਾ ਨਿਰਦੇਸ਼ ਸਹੀ ਨਹੀਂ ਰਹਿਣਗੇ। ਯੂਥ ਨੂੰ ਇੱਕ ਮੈਸੇਜ ਗਲਤ ਜਾਊਗਾ। ਸਾਡੀ ਕੋਸ਼ਿਸ਼ ਇਹ ਆ ਅਸੀਂ ਉਹਨਾਂ ਦੀ ਅਸੀਂ ਉਹਨਾਂ ਦੇ ਭਾਵਨਾਵਾਂ ਦੀ ਕਦਰ ਕਰਦੇ ਹਾਂ। ਅਸੀਂ ਸਾਡੇ ਲੀਡਰ ਆ, ਅਸੀਂ ਉਹਨਾਂ ਦੇ ਨਾਲ ਆ। ਸਾਡਾ ਕੋਈ ਉਹਦੇ ਤੇ ਉਹਨਾਂ ਦਾ ਨਾਲ ਆਪਣਾ ਮਨ ਭੇਦ ਨਹੀਂ ਸਮਝਦੇ ਕਿ ਰਵਨੀਤ ਬਿੱਟੂ ਫਿਰ ਗਲਤ ਸਮਝ ਗਏ ਸ਼ਾਇਦ, ਜਿਵੇਂ ਤੁਸੀਂ ਦਲਜੀਤ ਦੋਸਾਂਝ ਦੀ ਗੱਲ ਕਰੀ ਕਿ 1984 ਵਾਲਾ ਉਹਨਾਂ ਨੇ ਸਹੀ ਦਿਖਾਇਆ ਜਿਹੜਾ ਕੁਝ ਹੋਇਆ, ਤਾਂ ਫਿਰ ਕਹਿਣ ਦਾ ਮਤਲਬ ਹੋ ਸਕਦਾ ਬਿੱਟੂ ਗਲਤ ਸਮਝ ਗਏ ਹੁਣ ਇਸ ਚੀਜ਼ ਨੂੰ ਲੈ ਕੇ ਕਿ ਉਹਨਾਂ ਨੇ ਗਲਤ ਪਾਸੇ ਲੈ ਲਿਆ। ਫਿਰ ਇੱਕ ਸਿੰਗਰਸ ਨੂੰ, ਇੱਕ ਪਰਸਨੈਲਿਟੀ ਨੂੰ ਆਪਾਂ ਇੰਨਾ ਹਾਈਲਾਈਟ ਨਾ ਕਰੀਏ। ਇਹ ਇੱਕ ਆਈਡੀਓਲੋਜੀ ਦੀ ਗੱਲ ਹੋ ਰਹੀ ਆ। ਬਿੱਟੂ ਸਾਹਿਬ ਦੇ ਪਰਿਵਾਰ ਨੇ ਇਸ ਚੀਜ਼ ਨੂੰ ਭੁਗਤਿਆ, ਉਹਨਾਂ ਦਾ ਇੱਕ ਸੈਂਟੀਮੈਂਟ ਆ, ਅੰਦਰੋਂ ਉੱਭਰਦਾ ਵੀ ਆ, ਹਮੇਸ਼ਾ ਉਸ ਚੀਜ਼ ਦੇ ਉਲਟਾ। ਅਸੀਂ ਉਹਨਾਂ ਦੀ ਕਦਰ ਵੀ ਕਰਦੇ, ਇਸ ਚੀਜ਼ ਦੀ ਉਹਨਾਂ ਨੂੰ ਫੋਲੋ ਵੀ ਕਰਦੇ ਹਾਂ। ਲੇਕਿਨ ਆਹ ਪਰਚਾ ਜਿਹੜਾ ਕਰਨਾ, ਇਹਦੇ ਨਾਲ ਉਹ ਚੀਜ਼ ਦਾ ਮੈਸੇਜ ਜਿਹੜਾ ਵਾ ਉਹ ਇਹ ਜਾਊਗਾ ਵੀ ਅਸੀਂ ਉਹਨੂੰ ਦਬਾ ਰਹੇ ਹਾਂ, ਅਸੀਂ ਉਹਨੂੰ ਧੱਕਾ ਕਰ ਰਹੇ ਹਾਂ। ਕਿਉਂਕਿ ਇੱਕ ਪਰਚਿਆਂ ਦੀ ਰਾਜਨੀਤੀ ਜਿਹੜੀ ਆ ਨਾ, ਉਹ ਇੱਕ ਹੋਰ ਪਾਸੇ ਨੂੰ ਲੈ ਜਾਂਦੀ ਆ ਗੱਲ ਨੂੰ। ਮੇਰੇ ਹਿਸਾਬ ਨਾਲ ਇਹ ਮੈਂ ਉਹਨਾਂ ਤੋਂ ਕੋਈ ਉਹਨਾਂ ਦੀ ਸੋਚ ਨਾਲ ਇਤਫਾਕ ਰੱਖਦਾ, ਲੇਕਿਨ ਉਹਨਾਂ ਦੇ ਤਰੀਕੇ ਤੋਂ ਮੈਂ ਸਹਿਮਤ ਨਹੀਂ ਹੈਗਾ। ਅਸੀਂ ਹੋਰ ਤਰੀਕਾ ਲੱਭ ਕੇ ਇਹਨੂੰ ਹੋਰ ਤਰੀਕੇ ਨਾਲ ਅਸੀਂ ਚਲਾਉਣਾ ਚਾਹੁੰਦੇ ਹਾਂ। ਸਮਝਦੇ ਹੋ ਕਿ ਆਖਿਰਕਾਰ ਜੇ ਪਰਚੇ ਕਰਾਤੇ ਤਾਂ ਸ਼ਾਇਦ ਹੋ ਸਕਦਾ ਕਿ ਕੋਈ ਦਲਜੀਤ ਦੋਸਾਂਝ ਹੋ ਗਏ, JGB ਹੋ ਗਿਆ, ਜਿੰਨੇ ਵੀ ਸਿੰਗਰ ਹੋ ਗਏ, ਆਮ ਤੌਰ ਤੇ ਦੇਖਿਆ ਜਾਂਦਾ ਉਹਨਾਂ ਦੀ ਫੈਨ ਫੋਲੋਇੰਗ ਬਹੁਤ ਹੁੰਦੀ ਹੈ, ਕਿਤੇ ਉਹ ਤਾਂ ਨਹੀਂ ਡਰ ਹੈਗਾ ਕਿਤੇ ਉਹ ਨਾ ਉਲਟ ਹੋ ਕੇ ਖੜ ਜੇ ਸਾਡੇ ਨਾਲ, ਕੱਲ੍ਹ ਨੂੰ ਵੋਟਾਂ 'ਚ ਫਰਕ ਪੈ ਜੇ? ਕਦੀ ਵੋਟਾਂ ਕਦੀਆਂ ਐ ਨਹੀਂ ਪੈਂਦੀਆਂ, ਕਦੀ ਉਹਨਾਂ ਨੇ ਨਾ ਸਾਡੇ ਵਾਸਤੇ ਅਪੀਲ ਕਰਨੀ ਨਾ ਉਹਨਾਂ ਨੇ ਉਹ ਕਰਨਾ। ਵੋਟਾਂ ਕਦੀ ਐ ਇਸ ਤਰੀਕੇ ਨਾਲ ਨਹੀਂ ਪੈਂਦੀਆਂ। ਲੇਕਿਨ ਮਸਲਾ ਕੀ ਹੈਗਾ, ਮਸਲਾ ਤੁਸੀਂ ਵੇਖੋ ਅੱਜ, ਅਗਰ ਮੈਨੂੰ ਤਾਂ ਸ਼ਾਇਦ JGB ਦਾ ਪਤਾ ਵੀ ਨਹੀਂ ਸੀ ਕੀ ਸੀ, ਜਦੋਂ ਬਿੱਟੂ ਸਾਹਿਬ ਨੇ ਬੋਲਿਆ ਮੈਂ ਦੇਖਿਆ ਪਰਚਾ ਕਰਾਉਣ ਨਾਲ ਉਹ ਚੀਜ਼ਾਂ ਹਾਈਲਾਈਟ ਹੋ ਰਹੀਆਂ, ਉਹ ਲੋਕੀ ਹੋਰ ਵੇਖ ਰਹੇ ਆ ਔਰ ਉਹਦਾ ਕੋਈ ਆਪਾਂ ਬਦਲਾਵ ਦੇਈਦਾ ਨਹੀਂ, ਉਹ ਗੱਲ ਉੱਥੇ ਖਤਮ ਹੋ ਜਾਂਦੀ ਆ। ਆਪਾਂ ਨੂੰ ਲੋੜ ਆ ਇਹਦੇ ਪੱਖੀ ਇਸ ਸੈਂਟੀਮੈਂਟ ਦੇ ਹੱਕ ਵਿੱਚ ਉਤਰਨ ਦੀ। ਆਪਣਾ ਨੂੰ ਲੋੜ ਆ ਇਸ ਜਿਹੜਾ ਆ ਖਾਲਿਸਤਾਨ ਸੈਂਟੀਮੈਂਟ ਆ, ਇਹਦੇ ਅਗੇਂਸਟ ਉਹਦਾ ਵਧੀਆ ਤਰੀਕੇ ਨਾਲ ਗੱਲ ਪ੍ਰਚਾਰ ਕਰਨ ਦੀ, ਗੱਲਬਾਤ ਕਰਨ ਦੀ, ਲੋਕਾਂ ਤੱਕ ਜਾਣ ਦੀ, ਪਹੁੰਚਾਉਣ ਦੀ, ਔਰ ਇਹੋ ਜਿਹੇ ਆਪਣਾ ਕੀ ਕਹਿੰਦੇ ਗੀਤਕਾਰਾਂ ਨੂੰ ਇਨਕਰੇਜ ਕਰਨ ਦੀ ਜਿਹੜੇ ਪੰਜਾਬ ਦੇ ਹਿੱਤ ਦੀ ਗੱਲ ਕਰਦੇ ਆ ਉਹ। ਲੇਕਿਨ ਪਰਚਿਆਂ ਦੇ ਨਾਲ ਨਾ ਮੈਸੇਜ ਗਲਤ ਜਾਂਦਾ। ਸਾਡੀ ਸਿਰਫ ਇੰਨੀ ਕੁ ਗੁਜ਼ਾਰਿਸ਼। ਜੇ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਹੁਣ ਗਾਣੇ ਆਉਂਦੇ ਨੇਗੇ, ਤੁਸੀਂ ਇਸ ਪੂਰੇ ਸਿਸਟਮ ਨੂੰ ਫਿਰ ਕਿਵੇਂ ਦੇਖਦੇ ਹੋ? ਚਲੋ ਇਹ ਪਰਚਾ ਇੱਕ ਪਾਸੇ ਰਹਿ ਗਿਆ, ਤੁਸੀਂ ਤੁਹਾਡੇ ਕਹਿਣ ਦਾ ਮਤਲਬ ਇਹੀ ਆ ਵੀ ਜੇ ਖਾਲਿਸਤਾਨ ਦੇ ਨਾਂ ਨੂੰ ਅਸੀਂ ਪਰਚੇ ਕਰਾ ਦਾਂਗੇ ਤਾਂ ਉਹ ਸੋਚ ਕਿਤੇ ਨੇ ਉੱਭਰ ਕੇ
ਕਿ ਜ਼ਿਆਦਾ ਹੋਰ ਬੂਸਟ ਨਾ ਕਰ ਜੇ। ਤੁਸੀਂ ਇਹੀ ਗੱਲ ਕਹਿਣਾ ਚਾਹੁੰਦੇ ਹੋ ਕਿ ਆਖਿਰਕਾਰ ਉਹਦਾ ਗਲਤ ਇੰਪੈਕਟ ਇਹੀ ਨਾ ਚੱਲ ਜੇ? ਮੈਂ ਇਹ ਕਹਿ ਰਿਹਾ ਨੌਜਵਾਨਾਂ ਦੇ ਵਿੱਚ ਨਾ ਦੇਖੋ ਪੰਜਾਬ ਦਾ ਖਾਸ ਕਰਕੇ ਰੈਬਲ ਹੀ ਰਿਹਾ ਨੌਜਵਾਨ ਸ਼ੁਰੂ ਤੋਂ। ਦੇਖੋ ਅਗਰ ਤੁਸੀਂ ਗੱਲ ਕਹੋਗੇ ਪੰਜਾਬੀ ਬੜਾ ਇੱਕ ਤਰ੍ਹਾਂ ਤੋਂ ਇਸ ਚੀਜ਼ ਦੇ ਵਿਰੋਧ ਵਿੱਚ ਛੇਤੀ ਆ ਜਾਂਦਾ ਵਾ। ਮੇਰੀ ਸਿਰਫ ਇੰਨੀ ਗੁਜ਼ਾਰਿਸ਼ ਆ, ਅਗਰ ਆਪਾਂ ਇਸ ਚੀਜ਼ ਨੂੰ ਦੇਖਣਾ ਚਾਹੁੰਦੇ ਜਿਵੇਂ ਗਾਣੇ ਆ, ਹੁਣ ਉਹ ਤਾਂ ਸੋਸਾਇਟੀ ਦਾ ਫੇਲੀਅਰ ਹੋਇਆ ਨਾ, ਸਿਸਟਮ ਦਾ ਫੇਲੀਅਰ ਹੋਇਆ ਵੀ ਨੌਜਵਾਨ ਉਸ ਚੀਜ਼ ਨੂੰ ਸੁਣ ਰਹੇ ਆ। ਉਹ ਤਾਂ ਇੱਕ ਫਰੀडम ਆ, ਆਪਾਂ ਨੂੰ ਦੇਖਣਾ ਚਾਹੀਦਾ ਵੀ ਸਮਾਜ ਇਸ ਪਾਸੇ ਨੂੰ ਜਾ ਰਿਹਾ। ਅਗਰ ਆਪਾਂ ਉਹਦੇ ਤੇ ਬੈਨ ਲਾ ਕੇ ਅਗਰ ਉਹ ਵਾਪਸ ਆ ਜਾਂਦਾ ਫਿਰ ਤਾਂ ਐਂ ਤਾਂ ਬੈਨ ਲਾ ਕੇ ਪਰਚੇ ਲੱਗ ਕੇ ਤਾਂ ਫਿਰ ਸਾਰੀਆਂ ਚੀਜ਼ਾਂ ਖਤਮ ਹੋ ਜਾਣ, ਫਿਰ ਤਾਂ ਮਾੜੇ ਧੰਦੇ ਖਤਮ ਹੋ ਜਾਣ, ਫਿਰ ਲੇਕਿਨ ਖਤਮ ਨਹੀਂ ਹੁੰਦੇ ਨਾ, ਉਹਦੇ ਨਾਲ ਉਹ ਚੀਜ਼ਾਂ ਹੋਰ ਵੱਧ ਜਾਂਦੀਆਂ। ਇਹਦੇ ਵਾਸਤੇ ਐਜੂਕੇਟ ਕਰਨ ਦੀ ਲੋੜ ਆ, ਇਹਦੇ ਵਾਸਤੇ ਡਾਇਲੌਗ ਕਰਨ ਦੀ ਲੋੜ ਆ, ਇਹਦੇ ਵਾਸਤੇ ਇਹਨਾਂ ਬਾਰੇ ਬੋਲਣ ਦੀ ਲੋੜ ਆ। ਅਗਰ ਆਪਾਂ ਉਹਦੇ ਤੇ ਚੁੱਪੀ ਸਾਧ ਲਾਂਗੇ, ਬਿੱਟੂ ਸਾਹਿਬ ਆਏ, ਬਿੱਟੂ ਸਾਹਿਬ ਤੋਂ ਵੱਧ ਕੋਈ ਨਹੀਂ ਜਾਣਦਾ ਇਸ ਮਸਲੇ ਨੂੰ, ਉਹਨਾਂ ਤੋਂ ਅਸੀਂ ਆਪਣੇ ਫੇਸਬੁੱਕ ਤੇ ਲਾਈਵ ਕਰਾਵਾਂਗੇ, ਅਸੀਂ ਉਹਨਾਂ ਨੂੰ ਦੱਸਾਂਗੇ ਵੀ ਹਾਂ ਯਾਰ ਨੌਜਵਾਨੋ ਆ ਇਹਦੇ ਨੁਕਸਾਨ ਹੋਏ, ਪੰਜਾਬ ਨੇ ਝੇਲੇ, ਆ ਪੰਜਾਬ ਇਸ ਦੌਰ ਤੋਂ ਨਿਕਲਿਆ, ਤੁਸੀਂ ਫਿਰ ਉਹ ਦੌਰ ਵਾਪਸ ਲੈ ਕੇ ਆਉਣਾ ਚਾਹੁੰਦੇ। ਪਰ ਇੱਕ ਗੱਲ ਹੈ ਢਿੱਲੋਂ ਸਾਹਿਬ, ਜਿਹੜੇ ਹਿਸਾਬ ਨਾਲ ਤੁਸੀਂ ਕਹਤਾ ਕਿ ਠੀਕ ਹੈ ਪਰਚਿਆਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ, ਹਮੇਸ਼ਾ ਇਹ ਚੀਜ਼ ਨੂੰ ਤਾਂ ਕਿਤੇ ਨਾ ਕਿਤੇ ਸਾਰੇ ਲੋਕ ਹੀ ਤਰਸਤ ਰਹਿੰਦੇ ਨੇ। ਤੁਸੀਂ ਓਪੋਜੀਸ਼ਨ 'ਚ ਚਲੇ ਜਾਓ, ਕੱਲ੍ਹ ਨੂੰ ਸ਼ਾਇਦ ਤੁਸੀਂ ਵੀ ਇਹੀ ਗੱਲ ਕਹੋ, ਹਰੇਕ ਕਹਿੰਦਾ ਵੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਪਰ ਜਿਵੇਂ ਤੁਸੀਂ ਸਾਫ਼ ਤੌਰ 'ਤੇ ਕਹਤਾ ਵੀ ਰਵਨੀਤ ਬਿੱਟੂ ਨੇ ਇਹ ਗੱਲ ਕਹੀ ਤੇ ਤੁਸੀਂ ਕਹਤਾ ਪਰਚੇ ਨਹੀਂ ਕਰਾਵਾਂਗੇ, ਪਰ ਜੇ ਕਿਉਂਕਿ ਤੁਸੀਂ ਵੀ ਇੱਕ ਆਈਕਨ ਦੇ ਤੌਰ ਤੇ ਹੋ, ਕਿਉਂਕਿ ਯੂਥ ਕਾਂਗਰਸ ਦਾ ਪ੍ਰਧਾਨ ਹੈ, ਯੂਥ ਤੁਹਾਨੂੰ ਫੋਲੋ ਕਰਦਾਗਾ, ਸੁਣਦਾ, ਜਿਹੜੇ ਤੁਹਾਡੇ ਨਾਲ ਨਹੀਂ ਉਹ ਵੀ ਤੁਹਾਡੀ ਗੱਲ ਪੂਰੀ ਸੁਣਦੇ ਨੇ ਧਿਆਨ ਨਾਲ। ਪਰ ਜਦੋਂ ਤੁਸੀਂ ਇਹ ਗੱਲ ਕਹਿਤੀ ਤਾਂ ਸ਼ਾਇਦ ਦੂਜੇ ਪਾਸੇ ਨੂੰ ਵੀ ਬੂਸਟ ਮਿਲ ਜਾਣਾ ਕਿ ਯਾਰ ਠੀਕ ਹੈ ਵਰਿੰਦਰ ਢਿੱਲੋਂ ਤਾਂ ਕਹਿ ਰਿਹਾ ਹੈਗਾ ਵੀ ਇਹ ਪਰਚੇ ਨਹੀਂ ਕਰਾਣੇ, ਅਸੀਂ ਉਹ ਗੱਲ ਠੀਕ ਲੱਗਦੀ ਹੈ ਸ਼ਾਇਦ ਕਿਤੇ ਨਾ ਕਿਤੇ। ਮੈਂ ਇਹ ਕਿਹਾ ਪਰਚੇ ਨਹੀਂ ਕਰਾਣੇ, ਮੈਂ ਨਾਲ ਹੋਰ ਵੀ ਗੱਲਾਂ ਕਹੀਆਂ। ਤੁਸੀਂ ਆਪਣਾ ਹਿਸਟਰੀ ਪੜ੍ਹੀਏ, ਆਪਣਾ ਲਿਟਰੇਚਰ ਪੜ੍ਹੀਏ, ਸਿੱਖ ਹਿਸਟਰੀ ਕੀ ਆ, ਸਿੱਖ ਲਿਟਰੇਚਰ ਕੀ ਆ। ਅੱਜ ਕੋਈ ਨੌਜਵਾਨ ਫੋਟੋ ਲਾ ਕੇ ਘੁੰਮਦਾ ਰਿਹਾ, ਉਹਨੂੰ ਮਤਲਬ ਪਤਾ ਉਹ ਫੋਟੋ ਦਾ ਕੀ ਆ, ਉਹ ਕਿਸ ਦੌਰ ਚੋਂ ਨਿਕਲਿਆ। ਇਹ ਵਿਚਾਰ ਚਰਚਾ ਇਹ ਮੁੱਦਿਆਂ ਤੇ ਹੋਣੀ ਚਾਹੀਦੀ ਆ। ਅਗਰ ਆਪਾਂ ਇਕੱਲੇ ਇਸ ਮੁੱਦੇ ਦੇ ਉੱਤੇ ਆਪਣਾ ਕੀ ਕਹਿੰਦੇ ਕਹੀਏ ਵੀ ਮੈਂ ਤਾਂ ਇਹ ਕਹਿ ਰਿਹਾ ਵੀ ਪਰਚੇ ਤੇ ਮੈਂ ਉਸ ਸੈਂਟੀਮੈਂਟ ਨੂੰ ਐਂਡੋਰਸ ਨਹੀਂ ਕਰਦਾ, ਮੈਂ ਉਸ ਤਰੀਕੇ ਨੂੰ ਗਲਤ ਕਹਿ ਰਿਹਾ। ਮੈਂ ਕਹਿ ਰਿਹਾ ਵੀ ਅਗਰ ਪਰਚੇ ਕਰਾਉਣ ਨਾਲ ਉਹ ਤਰੀਕਾ ਜਿਹੜਾ ਵਾ ਉਹ ਹੋਰ ਵਾਧਾ ਮਿਲੂਗਾ ਉਸ ਤਰੀਕੇ ਨੂੰ, ਕੱਲ ਨੂੰ ਕੋਈ ਹੋਰ ਉੱਠੂਗਾ, ਕੱਲ ਨੂੰ ਹੋਰ ਕੋਈ ਆਪਣਾ ਇਸ ਤਰੀਕੇ ਨੂੰ ਆਪਣਾ ਕੀ ਕਹਿੰਦੇ ਮਹਾਨ ਬਣਨ ਦੀ ਜਾਂ ਉਸ ਤਰੀਕੇ ਦੀ ਕੋਸ਼ਿਸ਼ ਵੀ ਹਾਂ ਜਿਵੇਂ ਗਾਣੇ ਅਗਰ ਐ ਚੀਜ਼ਾਂ ਮਿਲਦੀਆਂ ਹੋਣ ਤਾਂ ਫਿਰ ਤਾਂ ਸਾਰਾ ਕੋਈ ਵੀ ਗਾਲੇ। ਉਹ ਤਾਂ ਆਪਣੇ ਪੈਸੇ ਕਮਾਉਣ ਦਾ ਉਹਨਾਂ ਦਾ ਮਕਸਦ ਆ, ਉਹਨਾਂ ਦਾ ਕੋਈ ਉਸ ਸੈਂਟੀਮੈਂਟ, ਉਹਨਾਂ ਨੂੰ ਤਾਂ ਪੈਸੇ ਕਮਾਣੇ। ਉਹ ਅਗਰ ਪਪੂਲਰ ਜਿਹੜੀ ਚੀਜ਼ ਹੁੰਦੀ ਹੈ ਉਸ ਚੀਜ਼ ਨੂੰ ਫੜ ਲੈਂਦੇ ਆ। ਅਸੀਂ ਦੂਜੀ ਚੀਜ਼ ਨੂੰ ਅਗਰ ਪਪੂਲਰ ਕਰਨਾ, ਲੋਕਾਂ ਦੀ ਸੋਚ ਨੂੰ ਪਪੂਲਰ ਉਸ ਚੀਜ਼ ਨੂੰ ਅੱਗੇ ਲੈ ਕੇ ਜਾਣਾ, ਉਹਦੇ ਵਾਸਤੇ ਸਾਨੂੰ ਸਿੱਖ ਹਿਸਟਰੀ, ਸਿੱਖ ਲਿਟਰੇਚਰ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਆਪਣਾ ਸਿੱਖ ਆਈਡੀਓਲੌਗਸ ਜਿਹੜੇ ਆਪਣਾ ਖਾਲਿਸਤਾਨ ਦੇ ਆਪਣਾ ਕਿਵੇਂ ਨੁਕਸਾਨ ਝੱਲਿਆ, ਕਿਵੇਂ ਆਪਣਾ ਕੀ ਕਹਿੰਦੇ ਪੰਜਾਬ ਇਸ ਦੌਰ ਚੋਂ ਨਿਕਲਿਆ, ਇਹਨਾਂ ਦੇ ਉੱਤੇ ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ ਸੀ। ਠੀਕ ਆ, ਅਗਰ ਕੁਝ ਉੱਥੇ ਹੋਇਆ ਜਿਵੇਂ ਪੰਜਾਬ ਦਾ ਨੌਜਵਾਨ ਤੁਸੀਂ ਵੇਖੋ ਛੇਤੀ, ਅਗਰ ਤੁਸੀਂ ਆਪਾਂ ਇਹ ਕਹੀਏ ਵੀ ਉਦੋਂ ਵੀ ਅੱਤਵਾਦ ਦੇ ਵੇਲੇ ਕਿਵੇਂ ਆਪਣਾ ਨੌਜਵਾਨ ਦਾ ਨੁਕਸਾਨ ਹੋਇਆ, ਕਿਵੇਂ ਮਾਵਾਂ ਦੇ ਪੁੱਤ ਗਵਾਏ, ਕਿਵੇਂ ਭੈਣਾਂ ਨੇ ਭਰਾ ਗਵਾਏ, ਔਰ ਕਿਸ ਤਰੀਕੇ ਨਾਲ ਆਪਾਂ ਨਿਕਲੇ। ਇਹ ਚੀਜ਼ਾਂ ਕੌੜੀਆਂ ਸੱਚਾਈਆਂ, ਇਹਨਾਂ ਤੋਂ ਭੱਜਿਆ ਨਹੀਂ ਜਾ ਸਕਦਾ, ਇਹਨਾਂ ਨੂੰ ਝੁਚਲਾਇਆ ਨਹੀਂ ਜਾ ਸਕਦਾ। ਲੇਕਿਨ ਮਸਲਾ ਕਿੱਥੇ ਆਂਦਾ ਵਾ? ਮਸਲਾ ਇਹ ਆਂਦਾ ਵੀ ਜਦੋਂ ਆਪਾਂ ਨੌਜਵਾਨਾਂ ਨੂੰ ਇਸ ਚੀਜ਼ ਨੂੰ ਦੱਬ ਕੇ ਆਪਾਂ ਉਹ ਨੌਜਵਾਨ ਜਿਹੜਾ ਵਾ ਉਹ ਇਸ ਚੀਜ਼ ਤੋਂ ਜ਼ਬਰਦਸਤੀ ਉਹ ਉਸ ਚੀਜ਼ ਵੱਲ ਹੋਰ ਅਟਰੈਕਟ ਹੁੰਦਾ, ਉਹ ਉਸ ਚੀਜ਼ ਵੱਲ ਹੋਰ ਜਾਂਦਾ। ਸੋ ਇਸ ਕਰਕੇ ਇਸ ਨੂੰ ਵਿਚਾਰ ਚਰਚਾ ਹੋਣੀ ਚਾਹੀਦੀ ਆ, ਡਾਇਲੌਗ ਹੋਣਾ ਚਾਹੀਦਾ ਵਾ, ਔਰ ਇਹ ਮੁੱਦਿਆਂ ਦੇ ਉੱਤੇ ਸੈਮੀਨਾਰ ਹੋਣੇ ਚਾਹੀਦੇ ਆ, ਔਰ ਫਿਰ ਜਾ ਕੇ ਆਪਾਂ ਨੂੰ ਇਹ ਗੱਲਾਂ ਕਰਨੀਆਂ। ਇੱਕ ਚੀਜ਼ ਹੋਰ ਦੱਸੋ ਕਿ ਜਿਵੇਂ ਹੁਣ ਤੁਸੀਂ ਤਾਂ ਨੌਜਵਾਨਾਂ 'ਚ ਜਾਂਦੇ ਰਹਿੰਦੇ ਹੋ, ਸੋਚ ਸਮਝ ਫੜਨ ਦੀ ਕੋਸ਼ਿਸ਼ ਕਰਦੇ ਹੋ, ਕਿਉਂਕਿ ਦੇਖਿਆ ਜਾਵੇ ਕਿ ਜੋ ਯੂਥ ਅੱਜ ਚਾਹੁੰਦਾ ਆਮ ਤੌਰ ਤੇ ਕਿਤੇ ਨਾ ਕਿਤੇ ਉਹੀ ਹੋ ਜਾਂਦਾ, ਪੰਜਾਬ ਦਾ ਵੱਡੇ ਬਦਲਾਅ ਦਾ ਕਾਰਨ ਰਹਿੰਦਾ। ਜਿਹੜੇ ਹਿਸਾਬ ਦੇ ਗਾਣੇ ਆ ਰਹੇ ਨੇ, ਸੈਂਸਰ ਬੋਰਡ ਦੀ ਗੱਲ ਆਪਾਂ ਕਰ ਲਾਂਦੇ ਹਾਂ, ਪਰ ਜਿੰਨੇ ਭੜਕਾਊ ਗਾਣੇ ਆ ਰਹੇ ਨੇ, ਸਿੱਧੂ ਮੂਸੇਵਾਲੇ ਦੀ ਗੱਲ ਹੋਵੇ ਕਿ ਠੀਕ ਆ ਹਥਿਆਰਾਂ ਦੇ ਨਾਲ ਗਾਣੇ ਆ ਗਏ, JGB ਦਾ ਹੋਵੇ, ਯਾਨੀ ਕਿ ਜਿੰਨੇ ਵੀ ਸਿੰਗਰਾਂ ਦੀ ਗੱਲ ਕਰ ਲਈਏ, ਪਰ ਉਹ ਲੱਗਦਾ ਕਿ ਜਿਹੜੇ ਦੂਜੇ ਵਿਚਾਰੇ ਠੀਕ ਗਾਉਣ ਵਾਲੇ ਨੇ ਜਾਂ ਆਮ ਸੱਭਿਆਚਾਰਕ ਗਾਉਣ ਵਾਲੇ ਨੇ, ਉਹਨਾਂ ਨੂੰ ਸ਼ਾਇਦ ਉਹਨਾਂ ਸਮਰਥਨ ਨਹੀਂ ਮਿਲਦਾ। ਸਮਝਦੇ ਹੋ ਵੀ ਇਹ ਚੀਜ਼ਾਂ ਨੂੰ ਬੇਸ਼ੱਕ ਹੁਣ ਪਰਚਿਆਂ ਕਰਕੇ ਤਾਂ ਨਾ ਹੋਵੇ ਬੰਦ, ਪਰ ਦਬਾਅ ਤਾਂ ਬਣਾਉਣਾ ਹੀ ਪਊਗਾ ਉਹਦੇ ਉੱਤੇ, ਕੋਈ ਸੈਂਸਰਸ਼ਿਪ ਪੰਜਾਬ ਨੂੰ ਲਾਉਣੀ ਚਾਹੀਦੀ ਹੈ। ਬਿਲਕੁਲ ਸੈਂਸਰਸ਼ਿਪ ਬੜੇ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ 'ਚ ਹੋਣੀ ਚਾਹੀਦੀ, ਲੇਕਿਨ ਆਪਾਂ ਸ਼ੂਟ ਦੀ ਮੈਸੇਂਜਰ ਵਾਲੀ ਗੱਲ ਕਰ ਰਹੇ ਹਾਂ। ਜਿਹੜੇ ਸੁਣਨ ਵਾਲੇ ਆ ਉਹਨਾਂ ਬਾਰੇ ਗੱਲ ਕਰੀਏ ਆਪਾਂ, ਉਹ ਜਿਹੜੇ ਸੁਣਨ ਵਾਲੇ ਆ ਉਹਨਾਂ ਨੂੰ ਐਜੂਕੇਟ ਕਰੀਏ। ਉਹਨਾਂ ਜਦ ਤੱਕ ਲੋਕੀ ਸੁਣਦੇ ਰਹਿਣਗੇ ਉਹ ਗਾਉਂਦੇ ਰਹਿਣਗੇ, ਜਦੋਂ ਲੋਕੀ ਸੁਣਨੋਂ ਹਟ ਜਾਣਗੇ ਉਹ ਗਾਣੋਂ ਹਟ ਜਾਣਗੇ। ਸੋ ਜਿਹੜਾ ਸੈਂਟੀਮੈਂਟ ਆ ਉਹ ਨੌਜਵਾਨਾਂ ਨੂੰ ਉੱਥੇ ਵਰਕ ਕਰਨ ਦੀ ਲੋੜ ਆ ਸਰਕਾਰਾਂ ਨੂੰ। ਅਗਰ ਆਪਾਂ ਉਹਨਾਂ ਨੂੰ ਬੰਦ ਕਰਤਾ ਉਹ ਗਾਣੋਂ ਹਟ ਜੂਗਾ। ਕੋਈ ਇੱਥੋਂ ਅੱਜ ਪੰਜਾਬ ਵਾਲੇ ਨੂੰ ਬੈਨ ਕਰ ਦਿਓ, ਉਹ ਕੈਨੇਡਾ 'ਚੋਂ ਬੈਠਾ ਗਾਈ ਜੂਗਾ। ਗੱਲ ਫਿਰ ਮੁੱਦਾ ਤਾਂ ਨਾ ਖਤਮ ਹੋਇਆ। ਮੁੱਦਾ ਉਦੋਂ ਖਤਮ ਹੋਊਗਾ ਜਦੋਂ ਨੌਜਵਾਨ ਜਿਹੜਾ ਇਹ ਸੁਣ ਰਿਹਾ ਵਾ, ਜਦ ਤੱਕ ਅਸੀਂ ਉਹਦੇ ਕੋਲ ਜਾ ਕੇ ਉਸ ਬਾਰੇ ਐਜੂਕੇਸ਼ਨ ਉਹਦੇ ਬਾਰੇ ਨਹੀਂ ਗੱਲ ਕਰਾਂਗੇ, ਉਦੋਂ ਤੱਕ ਇਹ ਮਸਲੇ ਦਾ ਹੱਲ ਨਹੀਂ ਹੋ ਸਕਦਾ। ਮੈਂ ਫਿਰ ਕਹਿ ਰਿਹਾ ਸੈਂਟੀਮੈਂਟ ਬਦਲਣ ਦੀ ਲੋੜ ਆ, ਸੈਂਟੀਮੈਂਟ ਨੂੰ ਦਬਾਉਣ ਦੀ ਲੋੜ ਨਹੀਂ ਆ। ਸੈਂਟੀਮੈਂਟ ਬਦਲਣਾ ਕਿਵੇਂ, ਉਹਦਾ ਰੋਡ ਮੈਪ ਹੋਣਾ ਚਾਹੀਦਾ। ਢਿੱਲੋਂ ਸਾਹਿਬ ਫਿਰ ਗੱਲ ਹੋਈ ਰਵਨੀਤ ਬਿੱਟੂ ਨਾਲ ਫਿਰ ਕੋਈ ਇਸ ਸੰਬੰਧ 'ਚ, ਕਿਉਂਕਿ ਜਦੋਂ ਉਹਨਾਂ ਨੇ ਤਾਂ ਬੜੇ ਹੱਕ ਨਾਲ ਕਹਿਤਾ ਵੀ ਯੂਥ ਕਾਂਗਰਸ ਪਰਚੇ ਕਰਾ ਦੇ ਬਈ, ਫਿਰ ਉਹਦੇ ਬਾਅਦ ਕੋਈ ਗੱਲਬਾਤ ਹੋਈ? ਵੈਸੇ ਮੈਂ ਵੀ ਸੋਚ ਰਿਹਾ ਨਾਰਾਜ਼ ਨਾ ਹੋ ਜਾਣ ਕਿਤੇ ਵੀ, ਪਤਾ ਨਹੀਂ, ਕਿਉਂਕਿ ਮੈਂ ਕੋਈ ਉਹਨਾਂ ਦਾ ਬੜਾ ਇੱਜ਼ਤ ਕਰਦਾ, ਮੈਂ ਉਹਨਾਂ ਨੂੰ ਵੇਖ ਕੇ ਯੂਥ ਕਾਂਗਰਸ 'ਚ ਆਇਆ, ਮੈਂ ਉਹਨਾਂ ਦਾ ਬੜਾ ਸਨਮਾਨ ਕਰਦਾ।
ਪਰ ਉਹ ਤਾਂ ਪੁੱਠੀ ਪੈ ਗਈ ਹੁਣ ਉਹਨਾਂ ਨੂੰ। ਗੱਲ ਕਰਨੀ ਚਾਹੀਦੀ ਸੀ ਉਹਨਾਂ ਨਾਲ ਵੀ ਬਾਈ ਜੀ ਆਹ ਚੀਜ਼ ਨੂੰ ਐ ਕਰੋ, ਪਰ ਉਹ ਮੈਨੂੰ ਇਸ ਕਰਕੇ ਗੱਲ ਕਰਨੀ ਪਈ ਕਿਉਂਕਿ ਜਦੋਂ ਵੀ ਜਾਓ ਮੀਡੀਆ ਬਾਰ-ਬਾਰ ਇਹ ਗੱਲ ਪੁੱਛ ਰਹੀ ਆ, ਗੱਲ ਕਰ ਰਹੀ ਆ, ਔਰ ਮੈਂ ਆਪਣੀ ਪਾਰਟੀ ਦਾ ਸਟੈਂਡ ਇੱਥੇ ਕਲੀਅਰ ਕਰਨਾ ਚਾਹੁੰਦਾ ਵੀ ਇਹ ਇੱਕ ਮੌਕਾ ਸੀਗਾ। ਯਾਨੀ ਕਿ ਇਕੱਲਾ ਵਰਿੰਦਰ ਢਿੱਲੋਂ ਨਹੀਂ ਬੋਲ ਰਿਹਾ, ਯੂਥ ਕਾਂਗਰਸ ਵੀ ਦੀ ਇੱਕ ਪੂਰੀ ਜੇ ਕਿਹਾ ਜਾਵੇ ਪਲੇਟਫਾਰਮ ਉਹਨਾਂ ਦੇ ਕੋਲੇ ਆ। ਮੈਂ ਇਹੀ ਕਹਿ ਰਿਹਾ ਵੀ ਯੂਥ ਕਾਂਗਰਸ ਦੇ ਤੌਰ ਤੇ ਸ਼ਾਇਦ ਮੈਂ ਵੀ ਅਗੇਂਸਟ ਹਾਂ, ਮੈਂ ਪਰਸਨਲ ਤੌਰ ਤੇ ਹੁੰਦਾ ਸ਼ਾਇਦ ਮੈਂ ਵੀ ਇਸ ਚੀਜ਼ ਨੂੰ, ਲੇਕਿਨ ਓਫੀਸ਼ੀਅਲੀ ਅਗਰ ਯੂਥ ਕਾਂਗਰਸ ਇਹ ਲਾਈਨ ਲੈ ਲੂਗੀ ਪਰਚਿਆਂ ਵਾਲੀ ਤੇ ਫਿਰ ਸਾਨੂੰ ਔਰ ਬਾਕੀ ਯੂਥ ਆਰਗੇਨਾਈਜੇਸ਼ਨਸ ਔਰ ਅਸੀਂ ਯੂਥ ਨੂੰ ਕੀ ਕਹਾਂਗੇ, ਯੂਥ ਕਾਂਗਰਸ ਪਰਚੇ ਕਰਾਉਂਦੀ ਆ, ਮਤਲਬ ਉਹ ਮੈਸੇਜ ਜਿਹੜਾ ਵਾ ਉਹ ਗਲਤ ਜਾਊਗਾ ਵੀ ਯੂਥ ਕਾਂਗਰਸ ਜਿਹੜੀ ਆ ਉਹ ਪਰਚਿਆਂ ਦੀ ਰਾਜਨੀਤੀ 'ਚ ਪੈ ਗਈ। ਸਾਡਾ ਕੰਮ ਹੋਣਾ ਚਾਹੀਦਾ ਯੂਥ ਕਾਂਗਰਸ ਐਜੂਕੇਟ ਕਰੇ, ਯੂਥ ਕਾਂਗਰਸ ਆਪਣਾ ਉਸ ਆਈਡੀਓਲੋਜੀ ਨੂੰ ਅੱਗੇ ਵਧਾਵੇ ਜਿਹੜੀ ਕਾਂਗਰਸ ਪਾਰਟੀ ਦੀ ਹੈਗੀ ਆ, ਔਰ ਉਹਦੇ ਵਿੱਚ ਕਿਤੇ ਵੀ ਪਰਚੇ ਕਰਾਉਣ ਨਾਲ ਉਹ ਆਈਡੀਓਲੋਜੀ ਅੱਗੇ ਨਹੀਂ ਵੱਧ ਸਕਦੀ। ਸੋ ਸਾਡੀ ਇਹਦੇ ਵਿੱਚ ਕੋਈ ਰਵਨੀਤ ਬਿੱਟੂ ਨਾਲ ਕੋਈ ਸਾਡਾ ਮਨ ਭੇਦ ਨਹੀਂ ਹੈਗਾ, ਮਤ ਭੇਦ ਜ਼ਰੂਰ ਹੋ ਗਿਆ ਇਸ ਗੱਲ ਦੇ ਉੱਤੇ, ਲੇਕਿਨ ਬਾਈ ਵੱਡਾ ਭਰਾ ਵਾ, ਗੱਲ ਹੋ ਗਈ ਕਿ ਹੁਣ ਨਹੀਂ ਹਜੇ ਹੋਣੀ ਆ ਵਰਿੰਦਰ ਢਿੱਲੋਂ ਦੀ। ਬਾਈ ਵੱਡਾ ਭਰਾ ਵਾ, ਉਹਨਾਂ ਨੂੰ ਵੇਖ ਕੇ ਅਸੀਂ ਅੱਗੇ ਵਧਣੇ, ਨਾਰੇ ਮਾਰਨ ਨੂੰ ਕਹਿਣਗੇ ਉਹ ਵੀ ਕਰਾਂਗੇ, ਲੇਕਿਨ ਆਹ ਜਿਹੜਾ ਮੁੱਦਾ ਵਾ ਇਹਦੇ ਤੇ ਇੱਕ ਪਾਰਟੀ ਦਾ ਸਟੈਂਡ ਆ, ਆਈਡੀਓਲੋਜੀਕਲ ਸਟੈਂਡ ਆ, ਔਰ ਉਹ ਜਿਹੜੀ ਪਰਚਿਆਂ ਦੀ ਰਾਜਨੀਤੀ ਆ ਉਹ ਚੀਜ਼ ਨੂੰ ਅਸੀਂ ਨਹੀਂ ਲੈ ਕੇ ਜਾਣਾ ਚਾਹਦੇ। ਅਸੀਂ ਉਹ ਸੈਂਟੀਮੈਂਟ ਨੂੰ, ਔਰ ਬਿੱਟੂ ਬਾਈ ਤੋਂ ਬਾਅਦ ਕੋਈ ਨਹੀਂ ਬਦਲ ਸਕਦਾ ਇਸ ਚੀਜ਼ ਨੂੰ, ਕਿਉਂਕਿ ਉਹਨਾਂ ਨੂੰ ਯੂਥ ਮੰਨਦੇ ਵੀ ਆ, ਉਹਨਾਂ ਨੂੰ ਫੋਲੋ ਵੀ ਕਰੀਦਾ, ਲੇਕਿਨ ਆਹ ਚੀਜ਼ ਅਗਰ ਪਰਚਿਆਂ ਨਾਲ ਨਾ ਇੱਕ ਮਤਲਬ ਮੈਸੇਜ ਗਲਤ ਜਾਣ ਲੱਗ ਪੈਂਦਾ ਵੀ ਹਾਂ ਯਾਰ ਪਤਾ ਨਹੀਂ ਯੂਥ ਕਾਂਗਰਸ ਜਿਹੜੀ ਆ ਪਰਚਿਆਂ ਵੱਲ ਨੂੰ ਚੱਲ ਪਈ ਆ, ਵੀ ਇਹ ਤਰੀਕੇ ਨਾਲ ਆਵਾਜ਼ ਧੱਕੇ ਨਾਲ ਦਬਾਉਣਾ ਚਾਹੁੰਦੇ ਆ। ਰਾਦਰ ਸਾਨੂੰ ਉਹਨੂੰ ਐਜੂਕੇਟ ਕਰਕੇ ਗੱਲਬਾਤ ਕਰਕੇ ਨੌਜਵਾਨਾਂ ਵਿੱਚ ਸੈਂਟੀਮੈਂਟ ਦੀ ਗੱਲ ਕਰਕੇ ਸਾਨੂੰ ਕਰਨੀ ਚਾਹੀਦੀ ਆ, ਕਿਉਂਕਿ ਦੇਖੋ ਤੁਸੀਂ, ਮੈਂ ਫਿਰ ਤੁਹਾਨੂੰ ਸਿੰਗਰਾਂ ਦਾ ਕਸੂਰ ਨਾ ਕੱਢੀਏ, ਜਿਹੜੇ ਲੋਕ ਸੁਣ ਰਹੇ ਆ ਗੱਲ ਤਾਂ ਜੇ ਜਦ ਤੱਕ ਸੁਣਦੇ ਰਹਿਣਗੇ ਸਿੰਗਰ ਗਾਣੇ ਕੱਢਦੇ ਰਹਿਣਗੇ। ਲੋੜ ਆ ਸਿੰਗਰਾਂ ਤੋਂ ਜਗ੍ਹਾ ਉਹ ਉਸ ਸੈਕਸ਼ਨ ਨੂੰ ਸਮਝਾਉਣ ਦੀ ਔਰ ਉਹ ਸੈਕਸ਼ਨ ਦੇ ਵਿੱਚ ਵਾਧਾ ਕਰਨ ਦੀ, ਜਦੋਂ ਉਹ ਹੋਊਗਾ ਉਦੋਂ ਆਪਣੇ ਆਪ ਸਮਾਜ ਦੇ ਵਿੱਚ ਬਦਲਾਅ ਆਊਗਾ। ਬਿਲਕੁਲ ਕਹਿ ਸਕਦੇ ਆ ਕਿ ਵਰਿੰਦਰ ਢਿੱਲੋਂ ਦਾ ਸਾਫ਼ ਤੌਰ ਤੇ ਕਹਿਣਾ ਕਿ ਸਿੰਗਰ ਪੈਸਿਆਂ ਵਾਸਤੇ ਗਾਉਂਦੇ ਨੇ, ਸਿੰਗਰ ਕੁਝ ਵੀ ਗਾਉਂਦੇ ਨੇ, ਪਰ ਜਦੋਂ ਤੱਕ ਸੁਣਨ ਵਾਲੇ ਨਹੀਂ ਬਦਲਣਗੇ ਉਦੋਂ ਤੱਕ ਉਹਨਾਂ ਨੇ ਵੀ ਹਟਣਾ ਨਹੀਂ। ਪਰ ਸਾਫ਼ ਤੌਰ ਤੇ ਰਵਨੀਤ ਬਿੱਟੂ ਨੇ ਸਾਫ਼ ਤੌਰ ਤੇ ਇਸ ਗੱਲ ਨੂੰ ਮਨਾ ਕਰਤਾ ਕਿ ਪਰਚੇ ਨਹੀਂ ਦਰਜ ਹੋਣਗੇ, ਕਿਉਂਕਿ ਸਿਆਸਤ ਪਰਚਿਆਂ ਦੀ ਰਾਜਨੀਤੀ ਨੂੰ ਲੈ ਕੇ ਪਹਿਲਾਂ ਹੀ ਬਹੁਤ ਜ਼ਿਆਦਾ ਬਦਨਾਮ ਆ, ਤੇ ਦੂਸਰੇ ਪਾਸੇ ਜੇ ਕਿਸੇ ਸੋਚ ਨੂੰ ਅਸੀਂ ਦੱਬਦੇ ਆ ਤਾਂ ਉਹ ਜ਼ਿਆਦਾ ਬੂਸਟ ਕਰਦੀ ਆ। ਉਹ ਦੇਖਣਾ ਕਿ ਰਵਨੀਤ ਬਿੱਟੂ ਤਾਂ ਲਗਾਤਾਰ ਲੱਗੇ ਹੋਏ ਨੇ ਇਸ ਚੀਜ਼ ਨੂੰ ਲੈ ਕੇ ਕਿ ਜਿਹੜੀ ਸੋਚ ਦੇ ਨਾਲ ਇਹ ਗਾਣੇ ਗਾਏ ਜਾ ਰਹੇ ਨੇ ਜਾਂ ਫਿਰ ਇਸ ਸੋਚ ਨੂੰ ਅੱਗੇ ਵਧਾਇਆ ਜਾ ਰਿਹਾ ਉਹਨੂੰ ਖਤਮ ਕੀਤਾ ਜਾਵੇ। ਉਹਦੇ ਸਾਫ਼ ਤੌਰ ਤੇ ਵਿਰੋਧੀ ਨੇ, ਕਹਿ ਸਕਦੇ ਹਾਂ ਹੁਣ ਦੇਖਣਾ ਹੋਊਗਾ ਅੱਗੇ ਕਿਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਨੇ, ਪਰ ਵਰਿੰਦਰ ਢਿੱਲੋਂ ਨੇ ਸਾਫ਼ ਤੌਰ ਤੇ ਕਹਿਤਾ ਕਿ ਪਰਚੇ ਤਾਂ ਨਹੀਂ ਅਸੀਂ ਦਰਜ ਕਰਾਵਾਂਗੇ। ਵੀਡੀਓ ਜਰਨਲਿਸਟ ਕਮਲ ਦੇ ਨਾਲ ਸੁਮਿਤ ਜੋਸ਼ੀ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।